ਪਹਿਲੀ ਗੱਲ ਤੇ ਜਿਹੜਾ ਤੁਸੀਂ ਕਿਹਾ ਕਿ ਬੀਜੇਪੀ ਭਾਈਵਾਲ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੀਜੇਪੀ ਭਾਈਵਾਲ ਸੀਗੀ। ਜੀ ਪਰ ਹੋਮ ਮਿਨਿਸਟਰੀ ਬੀਜੇਪੀ ਕੋਲ ਨਹੀਂ ਸੀਗੀ ਤੇ ਬੀਜੇਪੀ ਇੱਕ ਜੂਨੀਅਰ ਪਾਰਟਨਰ ਸੀਗੀ, ਤੇ ਇਸ ਵਾਸਤੇ ਜੋ ਉਹ ਹੋਇਆ, ਅਸੀਂ ਆਪਣੀ ਰਿਸਪੌਂਸਿਬਿਲਟੀ ਸ਼ੇਡ ਤੇ ਨਹੀਂ ਕਰ ਸਕਦੇ ਐਜ਼ ਅ ਕੋਲੀਸ਼ਨ ਪਾਰਟਨਰ, ਪਰ ਇਫੈਕਟਿਵਲੀ ਸਾਡਾ ਉਹਦੇ ਵਿੱਚ ਕੋਈ ਰੋਲ ਨਹੀਂ ਸੀਗਾ। ਠੀਕ ਹੈ। ਨਾ ਦੂਸਰੀ ਗੱਲ ਹੈ ਕਿ ਬੀਜੇਪੀ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਬੀਜੇਪੀ ਕਹਿੰਦੀ ਹੈ ਕਿ ਇਹ ਸਾਰੇ ਕਾਰਨ, ਪਹਿਲੀ ਗੱਲ ਤੇ ਇਹ ਆਪਾਂ ਇਹ ਚਾਹੁੰਦੇ ਆ ਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਕਨੈਕਟਡ ਰੱਖੀਏ ਆਪਾਂ, ਕਿਉਂਕਿ ਉਹ ਜਿਹੜੀ ਗੋਲੀ ਚੱਲੀ ਹੈ, ਉਹ ਜਿਹੜਾ ਕ੍ਰਿਮੀਨਲ ਇਨਸੀਡੈਂਟ ਹੋਇਆ ਜਿਹਦੇ ਚ ਬੇਵਲ ਨਾਂ ਦੇ ਵਿੱਚ, ਤੇ ਉਹ ਇਟ ਵਾਸ ਕਨੈਕਟਡ ਟੂ ਦਾ ਬੇਅਦਬੀ ਇਨਸੀਡੈਂਟ। ਬਿਲਕੁਲ। ਸੋ ਇਹਨਾਂ ਨੂੰ ਆਪਾਂ ਅਲੱਗ-ਅਲੱਗ ਇਹਨਾਂ ਨੂੰ ਨਹੀਂ ਦੇਖਣਾ ਚਾਹੁੰਦੇ, ਬੇਸਿਕਲੀ ਇਹ ਇਕੱਠੇ ਸੀਗੇ ਤੇ ਇਹ ਇੱਕ ਬੇਅਦਬੀ ਸੀਗੀ। ਹੁਣ ਇਹ ਬੇਅਦਬੀ ਨੇ ਲੋਕਾਂ ਦੇ ਪੂਰੇ ਪੰਜਾਬ ਦੇ ਤੇ ਬਾਹਰ ਐਵਰੀਵੇਅਰ ਜਿਹੜੇ ਨਾਨਕ ਲੇਵਾ ਸਿੱਖਸ ਨੇ, ਪੂਰੇ ਪੰਜਾਬ ਦੇ ਪੰਜਾਬੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਜ਼ਿਆਦਾ ਇੱਜ਼ਤ ਮਾਨ ਕਰਦੇ ਨੇ, ਜਿਹਨਾਂ ਨੂੰ ਆਪਣਾ ਲਿਵਿੰਗ ਗੁਰੂ ਸਮਝਦੇ ਨੇ, ਸਾਡੇ ਉੱਤੇ ਇੱਕ ਬਹੁਤ ਵੱਡਾ ਇੱਕ ਇਮੋਸ਼ਨਲ ਅਸੌਲਟ ਹੋਇਆ ਉਦੋਂ ਤਾਂ। ਤੇ ਜਿੰਨੇ ਜ਼ਿਆਦਾ ਪੋਲਿਟਿਕਸ ਇਸ ਅਸੌਲਟ ਦੇ ਉੱਤੇ ਖੇਡੇ ਜਾ ਰਹੇ ਨੇ, ਉਹ ਸਾਡੇ ਜਿਹੜੇ ਘਾਵ ਨੇ ਉਹਨਾਂ ਨੂੰ ਹੋਰ ਥੋੜਾ ਜਿਹਾ ਖਰੋਚਦੇ ਜਾ ਰਹੇ ਨੇ। ਇਟ ਇਜ਼ ਫॉर ਦਿਸ ਰੀਜ਼ਨ ਕਿ ਅਸੀਂ ਇਹ ਕਹਿੰਦੇ ਆ, ਬੀਜੇਪੀ ਦੀ ਇਹ ਰਿਕੁਆਇਰਮੈਂਟ ਹੈ ਟਾਈਮ ਬਾਉਂਡ, ਥੋਰੋ ਤੇ ਅਨਬਾਇਸਡ ਇਨਕੁਆਇਰੀ ਹੋ ਕੇ ਇਸ ਕੇਸ ਨੂੰ ਕਲੋਜ਼ਰ ਦੇਣਾ ਬਹੁਤ ਜ਼ਰੂਰੀ ਹੈ। ਜਿਹੜੇ ਤਰੀਕੇ ਦੇ ਨਾਲ ਮਰਜ਼ੀ ਤੁਸੀਂ ਇਹਨੂੰ ਕਲੋਜ਼ਰ ਦੇ ਦਿਓ, ਜਸਟਿਸ ਹੈਜ਼ ਟੂ ਬੀ ਸਰਵਡ ਐਂਡ ਦ ਪੀਪਲ ਹੈਵ ਟੂ ਬੀ ਕਨਵਿੰਸਡ। ਬਸ ਏਡਾ ਕਿ ਸਾਡੀ ਇੱਕ ਮਨਸ਼ਾ ਹੈ। ਬਾਕੀ ਹੁਣ ਅਸੀਂ ਇੱਥੇ ਬਹਿ ਕੇ ਜਿੰਨਾ ਮਰਜ਼ੀ ਗੱਲਾਂ ਕਰਦੇ ਰਹੀਏ। ਹੁਣ ਜਿਹੜਾ ਤੁਹਾਡਾ ਦੂਸਰਾ ਕੁਐਸਚਨ ਹੈ, ਆਫ ਕੋਰਸ ਜਿਹੜੀ ਟਾਈਮਿੰਗ ਹੈਗੀ ਹੈ, ਉਹ ਟਾਈਮਿੰਗ ਦੇ ਉੱਤੇ ਸਾਰਿਆਂ ਦੀ ਇੱਕ ਸ਼ੱਕ ਦੀ ਨਜ਼ਰ ਤੇ ਜਾਂਦੀ ਹੈ, ਪਰ ਮੈਂ ਇਹ ਉਮੀਦ ਕਰਾਂਗਾ ਕਿ ਸ਼ਾਇਦ ਗਵਰਨਮੈਂਟ ਨੇ ਉਸ ਗੱਲ ਦੇ ਵਾਸਤੇ ਨਾ ਕੀਤਾ ਹੋਏ, ਕਿਉਂਕਿ ਸਾਡਾ ਜਿਹੜਾ ਸਾਡਾ ਮੇਨ ਫੋਕਸ ਹੈ ਉਹ ਇਸ ਗੱਲ ਦੇ ਉੱਤੇ ਹੈ ਕਿ ਇਸ ਕੇਸ ਨੂੰ ਜਸਟੀਫਾਈਡ ਤਰੀਕੇ, ਰਾਈਟੀਅਸ ਤਰੀਕੇ ਦੇ ਨਾਲ ਥਰੂ ਪ੍ਰੋਪਰ ਇਨਵੈਸਟੀਗੇਸ਼ਨ ਇਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਹੁਣ ਦੂਸਰੀ ਗੱਲ ਮੈਂ ਤੁਹਾਨੂੰ ਕਹਿ ਦੇਵਾਂ, ਐਜ਼ ਅ ਕਾਮਨ ਮੈਨ, ਨਾਟ ਐਜ਼ ਅ ਬੀਜੇਪੀ ਦਾ ਪ੍ਰਵਕਤਾ, ਮੈਂ ਇਹ ਕਹਿਣਾ ਚਾਹਨਾ ਕਿ ਦੇਖੋ ਇੱਕ ਕ੍ਰਿਮੀਨਲ ਇਨਸੀਡੈਂਟ ਜੈਸਾ ਹੋਇਆ ਉੱਥੇ, ਉਹ ਐਡਾ ਕੋਈ ਲੰਬਾ ਨਹੀਂ ਲੱਗਦਾ ਉਹਨੂੰ ਸੋਲਵ ਕਰਨਾ। ਗੋਲੀ ਕਿਹੜੀ ਬੰਦੂਕ ਤੋਂ ਚੱਲੀ ਸੀਗੀ ਉਹਦੇ ਤੁਸੀਂ ਕੈਲੀਬਰ ਤੋਂ ਪਤਾ ਕਰ ਸਕਦੇ ਹੋ, ਅੱਗਿਓਂ ਚੱਲੀ ਸੀ ਕਿ ਪਿੱਛੋਂ ਚੱਲੀ ਸੀਗੀ, ਉਹ ਗੋਲੀ ਕਿੱਥੇ ਲੱਗੀ ਸੀ ਉਹਦੇ ਤੋਂ ਤੁਸੀਂ ਪਤਾ ਕਰ ਸਕਦੇ ਹੋ। SDM ਨੇ ਉਹਦੇ ਵਾਸਤੇ ਦਿੱਤੀ ਸੀਗੀ, ਕੀ ਕਹਿੰਦੇ ਨੇ, ਆਰਡਰ ਦਿੱਤਾ ਸੀ ਕਿ ਨਹੀਂ ਦਿੱਤਾ ਸੀਗਾ, ਇਹ ਵਿਟਨੈਸਿਸ ਕੋਲੋਂ ਪਤਾ ਲੱਗ ਸਕਦਾ ਹੈ ਜਾਂ ਲੌਗਸ ਕੋਲੋਂ ਪਤਾ ਲੱਗ ਸਕਦਾ ਹੈ। ਤਾਂ ਮੇਰਾ ਨਹੀਂ ਖਿਆਲ, ਚਲੋ ਬੇਅਦਬੀ ਵਾਲਾ ਤਾਂ ਕੇਸ ਥੋੜਾ ਕੰਪਲਿਕੇਟਡ ਹੋ ਸਕਦਾ ਹੈ ਕਿਉਂਕਿ ਉੱਥੇ ਵਿਟਨੈਸਿਸ ਨਹੀਂ ਸੀਗੇ। ਮੇਰੇ ਹਿਸਾਬ ਦੇ ਨਾਲ ਤੇ ਇਹ ਜਿਹੜਾ ਕੇਸ ਹੈਗਾ ਆਫ ਦਾ ਫਾਇਰਿੰਗ, ਇਹ ਤੇ 15 ਦਿਨਾਂ ਦੇ ਵਿੱਚ ਖਤਮ ਹੋ ਸਕਦਾ ਹੈ। ਇਹ ਮਤਲਬ ਮੈਂ ਵਕੀਲ ਨਹੀਂ ਆ, ਮੈਂ ਏਡਾ ਜਾਣਨਾ ਕਿ ਅਗਰ ਇਹ ਫੌਜ ਦੇ ਵਿੱਚ ਇਹ ਕੇਸ ਹੁੰਦਾ, ਅਗਰ ਇਹ ਕੋਰਟ ਮਾਰਸ਼ਲ ਪ੍ਰੋਸੀਡਿੰਗ ਚੱਲ ਰਹੀ ਹੁੰਦੀ ਤੇ ਫੌਜ ਨੇ ਪਤਾ ਕਰਨਾ ਹੁੰਦਾ ਕਿ ਇਹ ਐਸਾ ਕੇਸ ਤੇ ਪਤਾ ਕਰਨਾ ਹੁੰਦਾ ਤੇ ਕੋਰਟ ਮਾਰਸ਼ਲ ਪ੍ਰੋਸੀਡਿੰਗ ਨੇ 15 ਦਿਨਾਂ 'ਚ ਪਤਾ ਕਰ ਲੈਣਾ ਸੀਗਾ। ਇਟ ਵੁੱਡ ਨਾਟ ਹੈਵ ਟੇਕਨ ਮੋਰ ਦੈਨ ਦੈਟ, ਇਹਦਾ ਮੈਨੂੰ ਪਤਾ ਹੈ। ਸੋ ਇਸ ਵਾਸਤੇ ਮੈਂ ਕਹਿਣਾ ਕਿ ਚਲੋ ਅਗਰ ਤੁਸੀਂ ਪੂਰੇ ਕੇਸ ਨੂੰ ਖਤਮ ਨਹੀਂ ਕਰ ਸਕਦੇ ਤੇ ਜੋ ਖਤਮ ਕਰ ਸਕਦੇ ਉਹਨੂੰ ਤੇ ਖਤਮ ਕਰ ਦੋ ਨਾ ਯਾਰ। ਠੀਕ ਹੈ, ਪਰ ਤੁਹਾਨੂੰ ਤਾਂ ਇਹ ਲੱਗ ਰਿਹਾ ਕਿ ਜੇ 14-15 ਅਕਤੂਬਰ ਨੂੰ ਘਟਨਾ ਵਾਪਰੀ 2015 ਚ, ਤਾਂ 2015 ਚ ਹੀ ਉਸਦੇ ਉੱਤੇ ਐਕਸ਼ਨ ਹੋ ਜਾਣਾ ਚਾਹੀਦਾ ਸੀ, ਉਹ ਕਲੀਅਰ ਉਸ ਸਮੇਂ ਹੋ ਜਾਣਾ ਚਾਹੀਦਾ ਸੀ। ਬਿਲਕੁਲ ਹੋ ਜਾਣਾ ਚਾਹੀਦਾ ਸੀ, ਉਹਦੇ ਬਾਅਦ ਹੁਣ ਤੱਕ ਵੀ ਹੋ ਜਾਣਾ, ਹੁਣ ਵੀ ਹੋ ਸਕਦਾ ਹੈ। ਮੇਰਾ ਇਹ ਮੰਨਣਾ ਹੈ, ਦੇਖੋ ਮੈਂ ਵਕੀਲ ਨਹੀਂ ਆ, ਪਰ ਮੇਰਾ ਇਹ ਮੰਨਣਾ ਹੈ ਕਿ ਅਗਰ ਕੋਈ ਇਸ ਪਰਟੀਕੁਲਰ ਕੇਸ ਨੂੰ, ਫਾਇਰਿੰਗ ਇਨਸੀਡੈਂਟ ਨੂੰ ਕਲੋਜ਼ਰ ਦੇਣਾ ਚਾਹੁੰਦਾ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ, ਕਲੋਜ਼ਰ ਦੇ ਸਕਦਾ ਹੈ। ਅਗਰ ਉਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਸੀਗਾ ਤੇ ਚਲੋ ਉਹਨੂੰ ਕਲੋਜ਼ਰ ਦੇ ਦਿਓ, ਕੰਮ ਖਤਮ ਕਰੋ। ਪਰ ਇਹ ਕਹਿਣਾ ਨਹੀਂ ਚਾਹੁੰਦੇ ਨੇ ਕਿ ਕਿਸੇ ਦਾ ਉਹਦੇ 'ਚ ਕਸੂਰ ਨਹੀਂ ਸੀਗਾ, ਦੈਟ ਇਟ ਵਾਜ਼ ਅ ਲਾਅ ਐਂਡ ਆਰਡਰ ਸਿਚੁਏਸ਼ਨ। ਮੈਂ ਨਹੀਂ ਕਹਿ ਰਿਹਾ ਕਿ ਇਟ ਵਾਜ਼ ਅ ਲਾਅ ਐਂਡ ਆਰਡਰ ਸਿਚੁਏਸ਼ਨ, ਬਟ ਜੋ ਸੱਚਾਈ ਹੈ ਉਹਨੂੰ ਲਿਆ ਕੇ ਕਲੋਜ਼ਰ ਦਿਓ ਨਾ ਇਸ ਗੱਲ ਨੂੰ। ਜਿਹੜੀਆਂ ਸਾਡੀਆਂ ਵੂੰਡਸ ਨੇ ਉਹ ਥੋੜੀਆਂ ਬਹੁਤੀਆਂ ਤੇ ਐਸੂਏਜ ਹੋਣ। ਗਵਰਨਮੈਂਟਸ ਨੂੰ ਐਸੀ ਮੈਚੁਰਿਟੀ ਤੇ ਦਿਖਾਣੀ ਚਾਹੀਦੀ ਹੈ। ਪਹਿਲੇ ਇੱਕ ਗਵਰਨਮੈਂਟ ਨੇ ਕਿਹਾ ਸੀਗਾ ਕਿ ਅਸੀਂ ਇਹ ਵਾਅਦਾ ਦਿੱਤਾ ਸੀ ਕਰਾਂਗੇ, 5 ਸਾਲ ਉਹਦੇ ਨਿਕਲ ਗਏ, ਹੁਣ 1 ਸਾਲ 3 ਮਹੀਨੇ ਦੂਸਰੀ ਦੇ ਨਿਕਲ ਗਏ। ਇਹ ਕਿੰਨੀ ਦੇਰ ਤੱਕ ਅਸੀਂ ਇਸ ਘਾਵ ਨੂੰ ਲੈ ਕੇ ਤੁਰੇ ਫਿਰਾਂਗੇ? ਇਟ ਇਜ਼ ਕਾਜ਼ਿੰਗ ਅ ਪ੍ਰੋਬਲਮ ਟੂ ਦ ਕਮਿਊਨਿਟੀ, ਟੂ ਪੰਜਾਬੀਜ਼, ਟੂ ਪੰਜਾਬ, ਟੂ ਦ ਹੋਲ ਵਰਲਡ। ਬਹੁਤ ਸਾਰੇ ਪੁਆਇੰਟਸ ਦੇ ਵਿਚਾਲੇ ਇਹ ਵੀ ਪੁਆਇੰਟ ਹੈ ਜੈਬੰਸ਼ ਜੀ ਕਿ ਆਖਿਰ ਕਿਸ ਤਰੀਕੇ ਨਾਲ ਜਿਹੜੇ ਇਨਸਾਫ ਦਾ ਇੰਤਜ਼ਾਰ ਕਰ ਰਹੇ ਨੇ ਉਹ ਕਿਵੇਂ ਚਾਹੁੰਦੇ ਨੇ ਕਿ ਇਨਸਾਫ ਹੋਵੇ, ਕਿ ਵਾਕਈ ਜਿਹੜੇ ਪੁਲਿਸ ਸੀ ਉਹਨਾਂ ਦੇ ਉੱਤੇ ਐਕਸ਼ਨ ਹੋ ਜਾਵੇ,
ਜਾਂ ਫਿਰ ਬਾਕੀ ਇਹ ਚੀਜ਼ਾਂ ਕਲੀਅਰ ਹੋ ਜਾਣ? ਕਿਉਂਕਿ ਇਹ ਤਾਂ ਬਹੁਤ ਕਲੀਅਰ ਹੋਣਾ ਚਾਹੀਦਾ ਕਿ ਉੱਪਰੋਂ ਆਰਡਰ ਆ ਗਏ, ਸੀਐਮ ਆਫਿਸ ਤੋਂ ਆਰਡਰ ਆਏ, ਜਾਂ ਫਿਰ ਡੀਜੀਪੀ ਨੇ ਆਰਡਰ ਦਿੱਤੇ ਤਤਕਾਲੀ, ਜਾਂ ਫਿਰ ਕਿਸੇ ਹੋਰ ਨੇ ਦਿੱਤੇ, ਕੌਣ ਸੀ ਉਹ ਪਤਾ ਲੱਗਣਾ ਚਾਹੀਦਾ। ਮੈਂ ਇੱਕ ਇੱਕ ਕਰਕੇ ਹੁਣ ਸਾਰਿਆਂ ਕੋਲ ਆਵਾਂਗਾ। ਪਹਿਲਾਂ ਗਰੇਵਾਲ ਸਾਹਿਬ ਤੁਹਾਡੇ ਕੋਲ, ਦੇਖੋ ਤੁਹਾਡੇ ਵਿਰੋਧੀ ਸਿੱਧਾ ਬਾਈ ਇਲੈਕਸ਼ਨ ਦੇ ਨਾਲ ਜੋੜ ਰਹੇ ਨੇ। ਦੂਜੀ ਗੱਲ ਇਹ ਕਹਿੰਦੇ 10 ਤਰੀਕ ਤੋਂ ਬਾਅਦ ਦੇਖ ਲਿਓ ਜਿਹੜੀਆਂ ਫਾਈਲਾਂ ਨੇ ਉਹ ਘਟਿਆ ਖਾਣਗੀਆਂ, ਹੋਰ ਕੁਝ ਨਹੀਂ ਹੋਣਾ ਇਸ ਪੂਰੇ ਮਾਮਲੇ 'ਚ। ਦੇਖੋ ਜੀ, ਦੋ ਤਿੰਨ ਗੱਲਾਂ। ਪਹਿਲੀ ਗੱਲ, ਜਿੰਨੇ ਕੌਨਫੀਡੈਂਸ ਨਾਲ ਕਹਿ ਰਹੇ ਨਾ ਕੁਝ ਨਹੀਂ ਹੋਣਾ, ਜਦੋਂ ਨੀਤਾਂ ਹੁਣ ਮੁਰਾਦਾਂ ਹੁੰਦੀਆਂ ਨੇ ਲੱਭ ਲਿਆ ਸੱਚ ਲੱਭ। ਦੂਜੇ ਕੜੀ ਤਾਂ ਹੈ ਜੀ, ਕੁੜੀ ਹੈ ਜੀ, ਅੰਸਾਰੀ ਜਵਾਈ ਬਣਾਇਆ ਸੀਗਾ, ਗੈਂਗਸਟਰਾਂ ਨੂੰ ਸੰਰਕਸ਼ਣ ਮਿਲ ਰਿਹਾ ਸੀਗਾ, ਗੈਂਗਸਟਰਾਂ ਨੂੰ ਪਾਸਪੋਰਟ ਦੇ ਕੇ ਬਾਹਰ ਭੇਜਿਆ ਜਾ, ਵੀਡੀਓ ਦੇਖ ਹੀ ਲਏ ਆਪਾਂ, ਕਾਂਗਰਸ ਸਰਕਾਰ 'ਚ ਹੀ ਗਏ ਨੇ, ਇਹਨਾਂ ਨੂੰ ਪਾਸਪੋਰਟ ਦੇ ਕੇ ਬਾਹਰ ਭੇਜਿਆ ਜਾ ਰਿਹਾ ਸੀਗਾ। ਕੌਨਫੀਡੈਂਸ ਬਹੁਤ ਹੈ ਇਹਨਾਂ ਦਾ। ਪੁਲਿਸ ਦੀਆਂ ਕਮੀਆਂ ਸਾਡੀਆਂ ਕਮੀਆਂ ਨੇ, ਸਾਡੀ ਸਰਕਾਰ ਦੀਆਂ ਕਮੀਆਂ ਨੇ। ਜੇ ਸਾਡੀ ਪੁਲਿਸ ਕੋ ਕੁਝ ਨਹੀਂ ਹੈਗਾ, ਅਸੀਂ ਉਦੋਂ ਐਕਸੈਪਟ ਕਰਦੇ ਹਾਂ, ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ, ਸਾਡੀ ਡਿਊਟੀ ਹੈ, ਅਸੀਂ ਐਕਸੈਪਟ ਕਰਦੇ ਹਾਂ। ਲੀਗਲ ਪ੍ਰੋਸੈਸ ਚੱਲੇਗਾ ਗੌਰਵ ਜੀ। ਜਿਹੜੀ ਗੱਲ ਮੈਂ ਅੱਜ ਬੜਾ ਸੌਖਾ ਕਹਿੰਦੇ ਤਾਂ ਜੂਨੀਅਰ ਪਾਰਟਨਰ ਸੀ, ਜੇ ਇੰਨੇ ਹਾਦਸੇ ਛੱਡ ਦਿੰਦੇ। ਇਹ ਜਿਹੜੇ ਕੇਸ ਦੀ ਗੱਲ ਕਰ ਰਹੇ ਆ ਸਰ, 315 ਨਾਲ ਗੋਲੀ ਚੱਲੀ ਸੀ, ਐਸਡੀਐਮ ਸਾਹਿਬ ਤਾਂ ਕਹਿ ਰਹੇ 315 ਦਾ ਪੁਲਿਸ ਕੋ ਹੁੰਦੀ ਨਹੀਂ। ਹੁਣ 315 ਐਂਡ ਹਰ ਇੱਕ ਕੋਸ਼ਿਸ਼ ਕੀਤੀ ਗਈ ਸਬੂਤ ਮਿਟਾਉਣ ਦੀ, ਹਰ ਇੱਕ ਕੋਸ਼ਿਸ਼ ਕੀਤੀ ਗਈ ਸਾਰਾ ਕੁਝ ਖਤਮ ਕਰਨ ਦੀ, ਐਂਡ 5 ਸਾਲ ਟਾਈਮ ਦਿੱਤਾ ਗਿਆ ਕਿ ਚੰਗੀ ਤਰ੍ਹਾਂ ਕਰ ਲਓ। ਜਿਹੜਾ ਇਹ ਕੌਨਫੀਡੈਂਸ ਸੀ ਕਿ ਕੁਝ ਨਹੀਂ ਹੋਣਾ, ਇਹ ਇੱਥੋਂ ਹੀ ਆ ਰਿਹਾ ਕਿ ਅਸੀਂ 5 ਸਾਲ ਚੰਗੀ ਤਰ੍ਹਾਂ ਤੁਹਾਨੂੰ ਸਤਿਆਨਾਸ਼ ਮਾਰਨ ਦਾ ਮੌਕਾ ਦਿੱਤਾ ਤੇ ਹੁਣ ਤਾਂ ਸਾਰਾ ਕੁਝ ਸਾਫ਼ ਹੋ ਗਿਆ। ਨਹੀਂ ਫਿਰ ਤੁਸੀਂ ਹੁਣ ਕਿਵੇਂ ਕੱਢ ਕੇ ਲੈ ਆਓਗੇ? ਗੌਰਵ ਜੀ, ਜਦੋਂ ਨੀਤ ਹੋਵੇ, ਅੱਜ ਵੀ ਇਮਾਨਦਾਰ ਸੱਚੇ ਬੰਦੇ ਬੈਠੇ ਆ ਜਿਨ੍ਹਾਂ ਨੇ ਸੱਚ ਦੇਖਿਆ, ਜਿਹੜੇ ਬੋਲ ਰਹੇ ਆ ਸੱਚ ਨੇ। ਨਹੀਂ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਸਰ। ਉਹ ਕਹਿੰਦੇ ਨੇ ਕਿ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਪਰ ਸਵਾਲ ਤਾਂ ਇਹੀ ਹੈ ਕਿ ਇਹ ਫਿਰ ਸਮਾਂ ਲੰਘਦਾ ਰਹਿੰਦਾ ਨਾ, ਉੱਥੇ ਹੀ ਦਿੱਕਤ ਹੁੰਦੀ ਹੈ। ਲੋਕਾਂ ਨੂੰ ਲੱਗਦਾ ਕਿ ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਇਨਸਾਫ ਦਿਵਾਓਗੇ, ਵਧੀਆ ਗੱਲ ਹੈ, ਪਰ ਸਮਾਂ ਦੱਸੋ ਨਾ ਕਿੰਨਾ ਹੋਰ? 2 ਮਹੀਨੇ, 4 ਮਹੀਨੇ, 6 ਮਹੀਨੇ, ਸਾਲ, ਕਿੰਨਾ ਹੋਰ ਸਮਾਂ? ਦੇਖੋ ਜੈਬਾਂਸ਼ ਜੀ ਤਾਂ ਕਹਿ ਰਹੇ ਨੇ ਕਿ ਜਿਹੜਾ ਫਾਇਰਿੰਗ ਵਾਲਾ ਕੇਸ ਹੈ ਤਾਂ 15 ਦਿਨ ਚ ਸੌਰਟ ਆਊਟ ਹੋਣਾ ਚਾਹੀਦਾ ਸੀ। ਜੈਬਾਂਸ਼ ਜੀ ਫੌਜ ਚ ਰਹੇ ਨੇ, ਕੋਰਟ ਮਾਰਸ਼ਲ ਪ੍ਰੋਸੀਡਿੰਗ ਨੂੰ ਵੀ ਘੱਟੋ ਘੱਟ 1.5 ਤੋਂ 2 ਸਾਲ ਲੱਗ ਜਾਂਦੇ ਆ। ਚਲੋ ਕੋਈ ਗੱਲ ਨਹੀਂ, 15 ਦਿਨ ਚ ਫੌਜ ਕੋਈ ਕੋਰਟ ਮਾਰਸ਼ਲ ਨਹੀਂ ਕਰਦੀ। ਪਹਿਲੀ ਗੱਲ, ਮੈਂ ਵੀ ਫੌਜੀ ਦਾ, ਮੇਰਾ ਟੱਬਰ ਫੌਜੀ ਹੈ, ਪਹਿਲੀ ਗੱਲ। ਦੂਜੀ ਗੱਲ, ਜਿਹੜੇ ਤੁਸੀਂ ਟਾਈਮ ਦੀ ਗੱਲ ਕਰ, ਸਰਕਾਰ ਦਾ ਕੰਮ ਕੀ? ਚਾਰਜ ਸ਼ੀਟ ਦੇਣੀ, ਸਭ ਤੋਂ ਵੱਧ ਚੜ ਕੇ ਹਿੱਸਾ ਲੈਣਾ ਪ੍ਰੋਸੀਕਿਊਸ਼ਨ। ਸਰਕਾਰ ਨੇ ਚਾਰਜ ਸ਼ੀਟ ਦਿੱਤੀ, ਪ੍ਰੋਸੀਕਿਊਸ਼ਨ ਐਂਡ ਅਸੀਂ ਇਹਨਾਂ ਨੂੰ ਆਸ਼ਵਾਸਨ ਦਿੰਦੇ ਕਿ ਟਾਈਮ ਬਾਉਂਡ ਕਰਾਉਣ ਦੀ ਵੀ ਐਪਲੀਕੇਸ਼ਨ ਮੂਵ ਕਰ ਦਾਂਗੇ। ਅਸੀਂ ਟਾਈਮ ਬਾਉਂਡ ਕਰਾਉਣ ਦੀ ਵੀ ਮਾਨਯੋਗ ਅਦਾਲਤਾਂ 'ਚ ਐਪਲੀਕੇਸ਼ਨ ਮੂਵ ਕਰ ਦਾਂਗੇ। ਐਂਡ ਅਸੀਂ ਵੀ ਵਿਲ ਫਾਈਟ ਨੇ। ਹੁਣ ਦਿਨ ਨਾ ਕਹੋ ਤੁਸੀਂ ਸਾਲ ਲੰਘਾਤੇ, ਅਸੀਂ ਤਾਂ ਕਹਿ ਰਹੇ ਕੋਰਟ 'ਚ ਵੀ ਜ਼ਿਆਦਾ, ਕੋਰਟ ਫੈਸਲਾ ਕਰ ਦੂਗਾ, ਸਬੂਤ ਦੇਣਾ ਸਾਡਾ ਕੰਮ। ਇੰਤਜ਼ਾਰ ਰਹੇਗਾ ਨਾ ਸਰ।